ਜੀ ਦੋਸਤੋ ਅਸਲਾਮ ਵਾਲੇਕੁਮ। ਮੈਂ ਲਿਆਕਤ, ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ। ਅੱਛਾ, ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਤੋਂ ਜਨਾਬ ਕਾਫੀ ਬੰਦੇ ਡਿਪੋਰਟ ਹੋਏ ਨੇ ਜਨਾਬ ਇੰਡੀਆ ਦੇ। ਔਰ ਉਹ ਕਿਉਂ ਡਿਪੋਰਟ ਹੋਏ ਨੇ, ਉਹਨਾਂ ਦੇ ਕੋਲੋਂ ਕਿਹੜੀ ਗਲਤੀ ਹੋਈ ਹੈ ਜਨਾਬ ਕਿ ਟਰੰਪ ਸਾਹਿਬ ਨੇ ਜਨਾਬ ਉਹਨਾਂ ਨੂੰ ਫੜ ਕੇ ਜਨਾਬ ਮਿਲਟਰੀ ਤਿਆਰੇ ਦੇ ਵਿੱਚ ਜਨਾਬ ਇੰਡੀਆ ਪਹੁੰਚਾ ਦਿੱਤਾ ਹੈ ਜਨਾਬ। ਓਵਰਆਲ ਇਹਦੇ ਬਾਰੇ ਤੁਹਾਡੇ ਨਾਲ ਡਿਸਕਸ ਕਰਾਂਗੇ। ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਬਟਨ ਨੂੰ ਪ੍ਰੈਸ ਕਰੋ ਔਰ ਵੀਡੀਓ ਨੂੰ ਸ਼ੇਅਰ ਕਰੋ। ਅੱਛਾ, ਇੰਡੀਆ ਦਾ ਇੱਕ ਚੀਮਾ ਜੱਟ ਸਾਹਿਬ ਹੈ, ਸਿੰਗਰ ਹੈ ਜਨਾਬ, ਪੰਜਾਬੀ ਸਿੰਗਰ ਹੈ। ਉਹਨੇ ਜਨਾਬ ਇੱਕ ਗਾਣਾ ਗਾਇਆ, ਇਹ ਦੋ ਬੋਲ ਸੁਣੋ। ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਿੱਲੋ। ਅੱਛਾ, ਉਹਨੇ ਜਨਾਬ ਟਰੰਪ ਨੂੰ ਕੋਈ ਚੈਲੰਜ ਕੀਤਾ ਇਸ ਪੰਜਾਬੀ ਗਾਣੇ ਦੇ ਵਿੱਚ। ਜਦੋਂ ਇਹ ਵੀਡੀਓ ਵਾਇਰਲ ਹੋਈ ਹੈ, ਸੌਂਗ ਵਾਇਰਲ ਹੋਇਆ, ਤੇ ਟਰੰਪ ਸਾਹਿਬ ਨੇ ਜਨਾਬ ਇਹਦੀ ਟਰਾਂਸਲੇਟ ਕਰਾਈ ਹੈ ਇੰਗਲਿਸ਼ ਦੇ ਵਿੱਚ। ਤੇ ਉਹ ਜਨਾਬ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਤਾਂ ਬੰਦਾ ਸਾਨੂੰ ਧਮਕੀਆਂ ਲਾ ਰਿਹਾ ਹੈ, ਉਹ ਕਦੀ ਵੀ ਨਹੀਂ ਚਾਹੁੰਦੇ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਬੰਦਾ ਮਜ਼ਾਕ ਕਰੇ ਜਾਂ ਕੋਈ ਗੱਲ ਕਰੇ। ਉਹਨੇ ਫਿਲ ਫੋਰ ਆਰਡਰ ਕਰਕੇ ਜਨਾਬ 1008 ਬੰਦਾ ਇੰਡੀਅਨ ਜਿਹੜਾ ਜਨਾਬ ਗਿਵੇ ਸੀ, ਡੰਕੀ ਲਾ ਕੇ 2 ਨੰਬਰ ਤਰੀਕੇ ਦੇ ਨਾਲ, ਜਿਸ ਤਰ੍ਹਾਂ ਬੰਦੇ 50-50 ਲੱਖ ਲਾ ਕੇ ਜਨਾਬ ਜਾਂਦੇ ਨੇ ਯੂਰਪ ਦੇ ਵਿੱਚ ਪੈਸੇ ਕਮਾਉਣ, ਇਸੇ ਤਰ੍ਹਾਂ ਇਹ ਬੰਦੇ ਗਏ ਹੋਏ ਸੀ। ਉਹਨੇ ਜਨਾਬ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ ਤਾ ਹਯਾਤ ਮਿਲਟਰੀ ਤਿਆਰੇ ਦੇ ਵਿੱਚ ਜਨਾਬ। ਇਹਨਾਂ ਨੂੰ ਪਾ ਕੇ ਤੇ ਅੰਮ੍ਰਿਤਸਰ ਇੰਡੀਆ ਦਾ ਇੱਕ ਸ਼ਹਿਰ ਹੈ ਜਨਾਬ, ਉੱਥੇ ਤਿਆਰੇ ਨੇ ਲੈਂਡ ਕੀਤਾ ਹੈ ਜਨਾਬ। ਤੇ ਟਰੰਪ ਸਾਹਿਬ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨੇ ਕਿਹਾ ਫਿਲ ਫੋਰ ਜਿਤਨੇ ਇਹ ਬੰਦੇ 2 ਨੰਬਰ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਆਏ ਹੋਏ ਨੇ, ਓਵਰਆਲ ਜਿਤਨੀ ਇਹਦੀ ਸਟੇਟਾਂ ਨੇ ਉਹਦੇ ਵਿੱਚ ਜਿਹੜੇ ਰਹਿ ਰਹੇ ਨੇ 2 ਨੰਬਰ ਤਰੀਕੇ ਨਾਲ ਪੈਸੇ ਕਮਾ ਰਹੇ ਨੇ, ਇਹਨਾਂ ਨੂੰ ਫਿਲ ਫੋਰ ਗ੍ਰਿਫਤਾਰ ਕਰੋ ਔਰ ਇਹਨਾਂ ਨੂੰ ਜਨਾਬ ਡਿਪੋਰਟ ਕਰੋ ਤਾ ਹਯਾਤ ਜਨਾਬ। ਇਹ ਜਨਾਬ ਵਾਕਿਆ ਹੋਇਆ ਹੈ ਜਨਾਬ। ਇਸ ਚੀਮਾ ਸਾਹਿਬ ਨੇ ਤਾਂ ਗਾਣਾ ਗਾਇਆ ਹੈ, ਬਾਕੀ ਦੂਸਰਿਆਂ ਦੇ ਭੱਠੇ ਬਿਠਾ ਗਏ ਜਨਾਬ। ਉਹਨਾਂ ਵਿਚਾਰਿਆਂ ਨੇ ਲੱਖਾਂ ਰੁਪਏ ਕਮਾ ਰਹੇ ਸੀ ਔਰ ਲੱਖਾਂ ਰੁਪਏ ਲਾ ਕੇ ਜਨਾਬ ਗਏ ਸੀ ਕਿ ਯਾਰ ਸਾਡਾ ਜਿਹੜਾ ਫਿਊਚਰ ਬਣ ਜਾਏਗਾ। ਲੇਕਿਨ ਇਹਦੀ ਇੱਕ ਲਾਈਨ ਜਿਹੜੀ ਜਨਾਬ ਉਹਨੇ ਓਵਰਆਲ ਉਹਨਾਂ ਦਾ ਮੁਸਤਕਬਲ ਜਿਹੜਾ ਹੈ, ਇੰਡੀਅਨ ਜਿਹੜੇ ਬੰਦੇ ਗਏ ਹੋਏ ਸੀ ਉਹਨਾਂ ਦੇ ਮੁਸਤਕਬਲ ਤੇ ਇਹਨੇ ਪਾਣੀ ਫੇਰ ਦਿੱਤਾ। ਇਹਨੂੰ ਪਤਾ ਨਹੀਂ ਲੱਗਾ ਕਿ ਮੈਂ ਕੀ ਕਹਿ ਰਿਹਾ। ਅੱਛਾ, ਬਾਅਦ ਹੁਣ ਜਨਾਬ ਜਿਹੜੇ ਉੱਥੇ ਦੇ ਆਪਣਾ ਇੰਡੀਆ ਦੇ ਬੰਦੇ ਨੇ ਨਾ, ਤਬਸਰਾ ਨਿਗਾਰ ਜਨਾਬ, ਉਹ ਇਹੀ ਕਹੇ ਜਾ ਰਹੇ ਨੇ ਜਨਾਬ ਇਹਦੇ ਵਿੱਚ ਪਾਕਿਸਤਾਨੀਆਂ ਦਾ ਹੱਥ ਹੈ, ਉਹਨਾਂ ਸਾਡੇ ਬੰਦੇ ਡਿਪੋਰਟ ਕਰਾਏ ਨੇ। ਤੇ ਫਿਲਹਾਲ ਜਨਾਬ ਇਹ ਜਨਾਬ ਜਿਹੜੀ ਨਿਊਜ਼ ਹੈ, ਬੈਡ ਨਿਊਜ਼ ਹੈ ਸੀ, ਜਿਹੜੇ ਬੰਦੇ ਡੰਕੀ ਲਾ ਕੇ ਗਏ ਨੇ। ਹੁਣ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚੋਂ ਜਿਹੜੇ ਬੰਦੇ ਡੰਕੀ ਲਾ ਕੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ, ਪੈਸੇ ਕਮਾ ਰਹੇ ਨੇ, ਹੁਣ ਉਹਨਾਂ ਦੇ ਨਾਲ ਕੀ ਹੋਏਗਾ। ਅੱਛਾ, ਚੀਮਾ ਸਾਹਿਬ ਨੂੰ ਨਹੀਂ ਪਤਾ ਲੱਗਿਆ ਕਿ ਮੈਂ ਜਨਾਬ ਇਹ ਕੀ ਬੋਲੀ ਜਾ ਰਿਹਾ। ਤੇ ਉਹ ਜਨਾਬ ਜਦੋਂ ਇਹ ਚੀਜ਼ਾਂ ਅੱਗੇ ਆਉਂਦੀਆਂ ਨੇ, ਹੁਣ ਜਨਾਬ ਰਿਡਾਰ ਓਵਰਆਲ ਜਿਹੜੀ ਇੰਡੀਅਨ ਆਵਾਮ ਹੈ, ਜਿਹੜੇ ਬੰਦੇ ਗਏ ਹੋਏ ਸੀ, ਉਹਨਾਂ ਦੀ ਨਜ਼ਰ ਜਿਹੜੀ ਹੈ ਉਹ ਚੀਮਾ ਸਾਹਿਬ ਤੇ ਹੀ ਹੈ ਕਿ ਚੀਮਾ ਸਾਹਿਬ ਨੇ ਉਹਨਾਂ ਦੇ ਨਾਲ ਜ਼ਿਆਦਤੀ ਕੀਤੀ ਹੈ, ਉਹਨਾਂ ਦਾ ਫਿਊਚਰ ਤਬਾਹ ਕੀਤਾ। ਇਸ ਤਰ੍ਹਾਂ ਦੇ ਜਿਹੜੇ ਗਾਣੇ ਨੇ ਉਹਨਾਂ ਤੋਂ ਇਹਨਾਂ ਸਿੰਗਰਾਂ ਨੂੰ ਦੂਰ ਰਹਿਣਾ ਚਾਹੀਦਾ, ਜਿਹੜੇ ਪੋਲੀਟਿਕਸ ਦੇ। ਹੁਣ ਬਾਅਦ ਜਨਾਬ ਉਹ ਚੀਮਾ ਸਾਹਿਬ ਕਹਿ ਰਹੇ ਨੇ ਜੀ ਇਹ ਤਾਂ ਗਾਣਾ ਜਦੋਂ ਮੈਂ ਗਾਇਆ ਸੀ ਉਸ ਦਿਨ ਟਰੰਪ ਸਾਹਿਬ ਜਨਾਬ ਆਏ ਹੀ ਨਹੀਂ ਸੀ ਆਪਣੀ ਸੀਟ ਤੇ, ਜਾਂ ਉਹ ਸਦਰ ਹੈ ਹੀ ਨਹੀਂ ਸੀ, ਉਹ ਸਦਰ ਉਹਨਾਂ ਦੀ ਸਦਾਰਤ ਤੋਂ ਪਹਿਲੇ ਮੈਂ ਗਾਣਾ ਗਾ ਚੁੱਕਿਆ। ਲੇਕਿਨ ਇਹ ਗਾਣਾ ਤਾਂ ਗਾਇਆ ਨਾ ਉਹਨੇ ਜਨਾਬ। ਉਹਨਾਂ ਨੂੰ ਨਹੀਂ ਪਤਾ ਸੀ ਕਿ ਜਨਾਬ ਟਰੰਪ ਸਾਹਿਬ ਸਦਰ ਬਣਨਗੇ ਤੇ ਜਨਾਬ ਇਹ ਸਾਡੀ ਇਹਨਾਂ ਨੇ ਮੰਜੀ ਠੁਕਵਾ ਕੇ ਰੱਖ ਦਿੱਤੀ ਹੈ। ਮਿੰਨਤਾਂ ਕਰ ਰਹੇ ਨੇ ਜਨਾਬ ਇੰਡੀਆ ਦੇ ਜਿਹੜੇ ਸਿੱਖ ਜੱਟ ਹਨ, ਉਹ ਹੁਣ ਮਿੰਨਤਾਂ ਕਰੀ ਜਾ ਰਹੇ ਨੇ ਕਿ ਖੁਦਾਰਾ ਸਾਨੂੰ ਜਿਹੜਾ ਨਾ ਬਚਾਇਆ ਜਾਏ ਔਰ ਸਾਨੂੰ ਮਾਫ ਕੀਤਾ ਜਾਏ ਔਰ ਸਾਡਾ ਰੋਜ਼ਗਾਰ ਨਾ ਤਬਾਹ ਕੀਤਾ ਜਾਏ। ਅੱਛਾ, ਹੁਣ ਪਾਕਿਸਤਾਨੀ ਜਿਹੜੇ ਰੂਪੋਸ਼ ਹਨ ਜਨਾਬ, ਜਾਂ ਓਵਰਆਲ ਕੰਟਰੀ ਦੇ ਜਿਹੜੇ ਬੰਦੇ ਉੱਥੇ ਰਹਿ ਰਹੇ ਨੇ 2 ਨੰਬਰ ਇਨਲੀਗਲ ਤਰੀਕੇ ਦੇ ਨਾਲ ਰਹਿ ਰਹੇ ਨੇ ਜਨਾਬ, ਉਹਨਾਂ ਦੇ ਵੀ ਇਹ ਜ਼ਾਹਿਰ ਹੈ ਉਹਨਾਂ ਦੇ ਨਾਲ ਵੀ ਇਹ ਹੋਣਾ ਹੈ, ਇਹ ਹਸ਼ਰ ਉਹਨਾਂ ਦੇ ਨਾਲ ਵੀ ਹੋਣਾ ਹੈ ਜਨਾਬ। ਔਰ ਉਹ ਨਹੀਂ ਸੁਣ ਰਹੇ ਜਨਾਬ, ਉਹਨਾਂ ਦੀ ਜਿਹੜੀ ਫੋਰਸ ਹੈ ਜਨਾਬ ਉਹ ਫਿਲ ਫੋਰ ਗ੍ਰਿਫਤਾਰ ਕਰਕੇ ਜਨਾਬ ਇੰਡੀਆ ਪਹੁੰਚਾਇਆ ਉਹਨਾਂ ਨੂੰ ਜਨਾਬ। ਤੇ ਉਹ ਆਪਣੇ ਘਰਾਂ 'ਚ ਗਏ ਨੇ। ਔਰ ਬਾਕੀ ਕਈ ਐਸੇ ਹਜ਼ਰਾਤ ਹਨ ਜਿਨ੍ਹਾਂ ਨੇ ਜਨਾਬ ਕਰਜ਼ੇ ਚੁੱਕ ਕੇ ਲੋਨ ਚੁੱਕੇ ਹੋਏ ਸੀ ਜਨਾਬ ਕਿ ਅਸੀਂ ਤੁਹਾਨੂੰ ਜਨਾਬ ਪੈਸੇ ਉੱਥੋਂ ਡਾਲਰ ਕਮਾ ਕੇ ਨਾ ਤੇ ਪੈਸੇ ਤੁਹਾਨੂੰ ਭੇਜਾਂਗੇ, ਆਪਣਾ ਕਰਜ਼ਾ ਉਤਾਰਾਂਗੇ ਜਨਾਬ। ਤੇ ਕਈ ਬੰਦਿਆਂ ਨੇ ਤੇ ਜਨਾਬ ਯਕੀਨ ਕਰੋ ਪਲਾਟ ਵੇਚੇ, ਜ਼ਮੀਨਾਂ ਵੇਚੀਆਂ ਜਨਾਬ, ਪਤਾ ਨਹੀਂ ਕਿਸ ਤਰੀਕੇ ਨਾਲ ਉਹ ਡੰਕੀਆਂ ਲਾ ਕੇ ਗਏ ਨੇ ਜਨਾਬ। ਫਾਇਦਾ ਕੀ ਹੋਏਗਾ ਜਨਾਬ ਏਜੰਟਾਂ ਦਾ। ਏਜੰਟਾਂ ਨੇ ਜਨਾਬ ਬੜਾ ਪੈਸਾ ਕਮਾਇਆ ਹੈ ਇਹਨਾਂ ਦੇ। ਓਵਰਆਲ ਇੰਟਰਨੈਸ਼ਨਲ ਲੈਵਲ ਤੇ ਅਗਰ ਦੇਖਿਆ ਜਾਏ ਨਾ ਤਾਂ ਪੂਰੀ ਦੁਨੀਆ ਦੇ ਵਿੱਚ ਜਨਾਬ ਇਹ ਏਜੰਟ ਜਿਹੜੇ ਨੇ, ਹੁਣ ਆਪਣਾ ਦੇਖ ਲਓ ਪਾਕਿਸਤਾਨ ਦੇ ਵਿੱਚ ਕਿਤਨੇ ਏਜੰਟ ਨੇ ਜਿਹੜੇ 2 ਨੰਬਰ ਤਰੀਕੇ ਦੇ ਨਾਲ ਬਾਰਡਰ ਪਾਸ ਕਰਾਉਂਦੇ ਨੇ। ਬਾਰਡਰ ਪਾਸ ਕਰਾਉਣ ਤੱਕ ਹੁਣ ਤਕਰੀਬਨ 50-50 ਲੱਖ ਰੁਪਏ ਲੈ ਰਹੇ ਨੇ ਜਨਾਬ। ਉਹ ਦੂਸਰੇ ਤੀਸਰੇ ਸਾਲ ਬੰਦਾ ਫੜਿਆ ਗਿਆ, ਉਹ 50 ਲੱਖ ਰੁਪਇਆ ਜੇ ਵਾਪਸ ਨਹੀਂ ਦਿੱਤੇ ਹੁੰਦਾ, ਜਿਹੜਾ ਕਰਜ਼ਾ ਚਾਹੇ ਹੁੰਦਾ ਜਨਾਬ, ਤੇ ਬੰਦੇ ਦੇ ਪਰੇਸ਼ਾਨੀ ਬਣ ਜਾਂਦੀ ਹੈ। ਹੁਣ ਜਿਸ ਤਰ੍ਹਾਂ ਇਹ ਬੰਦੇ ਡਿਪੋਰਟ ਹੋਏ ਨੇ ਇੰਡੀਆ ਦੇ, ਤਕਰੀਬਨ 1000+ ਬੰਦਾ ਹੈ ਜਨਾਬ। ਤੇ ਇਹ ਹੁਣ ਇੰਡੀਆ ਦੇ ਵਿੱਚ ਇਹਨਾਂ ਨੂੰ ਦੇਰ ਨਹੀਂ ਲੱਗੀ, ਉਹਨਾਂ ਨੇ ਕਿਸੇ ਜਗ੍ਹਾ ਤੇ ਸਟੇ ਨਹੀਂ ਕਰਾਇਆ ਕਿ ਯਾਰ, ਇੱਕ ਬੰਦੇ ਨੇ ਕਿਹਾ ਜੀ ਮੈਨੂੰ ਵਾਸ਼ਰੂਮ ਆਇਆ, ਉਹਨਾਂ ਕੇ ਪੁੱਤਰ ਜਾ ਕੇ ਘਰ ਜਾ ਕੇ ਕਰੀ।
ਯਾਨੀ ਕਿ ਇਤਨੀ ਸਖਤੀ ਕਰਕੇ ਜਨਾਬ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਇਤਨੀ ਇੱਕ ਸਜ਼ਾ ਸੇਮ ਦਿੱਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਇਦੂ ਫੜਿਆ ਜਨਾਬ ਤੇ ਰਾਤੀ ਜਿਸ ਤਰ੍ਹਾਂ ਬੰਦਾ ਸੌਂਦਾ ਹੈ, ਸੌਂਦਾ ਅਮਰੀਕੇ ਦੇ ਵਿੱਚ ਹੈ, ਅੱਖ ਉਹਦੀ ਇੰਡੀਆ 'ਚ ਖੁੱਲੀ ਹੈ ਜਨਾਬ। ਇਸ ਤਰ੍ਹਾਂ ਬੰਦਿਆਂ ਨਾਲ ਹੋਇਆ ਜਨਾਬ। ਤੇ ਪੁਲਿਸ ਜਿਹੜੀ ਹੈ ਜਨਾਬ, ਉਹਨਾਂ ਦੀ ਜਿਹੜੀ ਇੱਕ ਫੋਰਸ, ਉਹਨਾਂ ਬਕਾਇਦਾ ਇੱਕ ਟਾਸਕ ਦਿੱਤਾ ਹੈ, ਆਪਣੇ ਜਿਹੜੇ ਉਹਨਾਂ ਦੇ PA ਆਏ ਸੀ ਉਹਨੂੰ ਟਾਸਕ ਦਿੱਤਾ ਹੈ ਕਿ ਜਿਤਨੇ ਹੀ ਓਵਰਆਲ ਇੰਡੀਆ ਦੇ ਜਿਤਨੇ ਇਹ ਜੱਟ ਸਾਹਿਬਾਨ, ਜੱਟ ਸਾਹਿਬ ਨੇ ਮੰਜੀ ਚੰਗੀ ਠੁਕਵਾਈ ਹੈ, 1000+ ਹੋ ਗਿਆ। ਔਰ ਬਾਕੀ ਜਿਹੜੀ ਹੁਣ ਅਗਲਾ ਤਿਆਰਾ ਆ ਰਿਹਾ ਹੁਣ ਦੇਖੋ ਉਹਦੇ ਵਿੱਚ ਕਿਤਨੇ ਬੰਦੇ ਹੁੰਦੇ ਨੇ ਜਨਾਬ। ਤੇ ਇਹ ਆਪਣਾ ਚੀਮਾ ਜੱਟ ਸਾਹਿਬ ਨੇ ਜਿਹੜਾ ਗਾਣਾ ਗਾਇਆ ਹੈ ਨਾ, ਇਹਨੇ ਅਖੀਰ ਹੀ ਕਰ ਦਿੱਤੀ ਹੈ। ਇਸ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਦੇ ਨਾਲ ਮੇਰਾ ਤਾਂ ਜਨਾਬ ਗਾਣਾ ਵਾਇਰਲ ਹੋ ਗਿਆ, ਉਹ ਤਾਂ ਜਨਾਬ ਪੈਸੇ ਕਮਾ ਚੁੱਕਿਆ ਇਸ ਗਾਣੇ ਤੇ ਬਾਕੀ ਜਨਾਬ ਜਿਹੜੇ ਉਹਦੇ ਸਿੱਖ ਭਾਈ ਐਸੀ ਜਿਹੜੇ ਜੱਟ ਐ ਸੀ ਉਹਨਾਂ ਦੀ ਮੰਜੀ ਠੋਕ ਗਈ ਹੈ ਜਨਾਬ। ਤੇ ਉਹ ਹੁਣ ਬੜੇ ਪਛਤਾ ਰਹੇ ਨੇ ਕਿ ਯਾਰ ਅਸੀਂ ਆਪਣਾ ਇੰਡੀਆ ਛੋੜਿਆ ਹੈ ਪੈਸੇ ਦੀ ਖਾਤਰ, ਤੇ ਅੱਗੇ ਜਾ ਕੇ ਜਨਾਬ ਫਿਰ ਅਗਲੇ ਨੇ ਫੜ ਕੇ ਜਨਾਬ ਸਾਨੂੰ ਵਾਪਸ ਭੇਜ ਦਿੱਤਾ ਹੈ ਜਨਾਬ। ਔਰ ਤਾਹਿਆ ਤੋਂ ਬਾਹਰ ਨਹੀਂ ਜਾ ਸਕਦੇ ਜਨਾਬ। ਇਸ ਤਰ੍ਹਾਂ ਦੇ ਉਹਨਾਂ ਨੇ ਮੋਹਰ ਲਾਈ ਹੈ ਜਨਾਬ। ਤੇ ਮੇਰੀ ਇਹ ਗੁਜ਼ਾਰਿਸ਼ ਹੈ ਪਾਕਿਸਤਾਨ ਦੇ ਵਿੱਚ ਜਿਤਨੇ ਭਾਈ ਮੇਰਾ ਵਲੌਗ ਦੇਖ ਰਹੇ ਨੇ, ਖੁਦਾਰਾ ਇਸ ਤੋਂ ਬਚੋ, ਡੰਕੀ ਤੋਂ ਬਚੋ। ਏਜੰਟ ਇਸ ਤਰ੍ਹਾਂ ਨੇ ਜਿਸ ਤਰ੍ਹਾਂ ਸਾਡੇ ਕੋਲ ਕੱਚੇ ਦੇ ਡਾਕੂ ਹੈ ਨੇ, ਇੱਕ ਦਫਾ ਉਹਨਾਂ ਕੋਲ ਚਲੇ ਜਾਓ ਤਾਂ ਉਹ ਜਨਾਬ ਡਿਮਾਂਡ ਕਰਦੇ ਨੇ ਇਤਨੇ ਪੈਸੇ ਦਿਓ ਤੇ ਆਪਣਾ ਬੰਦਾ ਛੁਡਾਓ। ਤੇ ਇਹਦੇ ਇਸ ਤਰ੍ਹਾਂ ਏਜੰਟ ਪੈਸੇ ਲੈਂਦੇ ਨੇ। ਇਹ ਪਹਿਲੇ ਇੱਥੇ ਪੈਸੇ ਦੇਣੇ ਪੈਂਦੇ ਨੇ ਏਜੰਟਾਂ ਨੂੰ, ਤੇ ਕੱਚੇ ਦੇ ਡਾਕੂ ਬਾਅਦ ਚ ਲੈਂਦੇ ਨੇ। ਫਰਕ ਸੇਮ ਹੀ ਹੈ ਜਨਾਬ। ਤੇ ਤੁਸੀਂ ਆਪਣਾ ਕੁਛ ਨਾ ਕੁਛ ਇੱਥੇ ਹੀ ਕਾਰੋਬਾਰ ਕਰੋ, ਬਾਹਰ ਕਿਧਰੇ ਨਹੀਂ ਜਾਣ ਦੀ ਲੋੜ। ਯਕੀਨ ਕਰੋ, ਮੈਂ ਗੁਜ਼ਾਰਿਸ਼ ਕਰ ਰਿਹਾ ਕਿ ਜਿਹੜੇ ਏਜੰਟ ਜਿਹੜੇ ਨਾ ਉਹ ਤਕਰੀਬਨ ਨਾ ਕੋਸ਼ਿਸ਼ ਕਰਦੇ ਨੇ ਤੁਹਾਨੂੰ ਸਬਜ਼ ਬਾਗ ਵੀ ਦਿਖਾਣਗੇ, ਕੁਛ ਨਾ ਕੁਛ ਪੈਸੇ ਤੁਹਾਡੇ ਕੋਲ ਲੈਣਗੇ ਤੇ ਫਿਰ ਆਪਣੀ ਮਰਜ਼ੀ ਕਰਨਗੇ। ਤੇ ਇਹ ਮਿਹਰਬਾਨੀ ਕਰੋ ਜਨਾਬ, ਇਹ ਜਿਹੜਾ ਧੋਖਾਦੇਹੀ ਵਾਲਾ ਕੰਮ ਹੈ, ਡੰਕੀ ਵਾਲਾ ਕੰਮ ਹੈ, ਇਸ ਤੋਂ ਬਾਅਦ ਆ ਜਾਓ। ਕਿਤਨੇ ਬੰਦੇ ਵਿਚਾਰੇ ਜਨਾਬ ਬਾਰਡਰਾਂ ਤੇ ਮਰੇ ਪਏ ਨੇ, ਉਹਨਾਂ ਦੇ ਘਰ ਦੇ ਵਿੱਚ ਜਿਹੜੇ ਬੰਦੇ ਪਰੇਸ਼ਾਨ ਨੇ। ਇਹ ਓਵਰਆਲ ਭਾਈ ਅਗਰ ਸਿੱਖ ਭਾਈ ਵੀ ਮੇਰਾ ਪ੍ਰੋਗਰਾਮ ਦੇਖ ਰਹੇ ਹੋ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਇਹ ਜਿਹੜੇ ਡੰਕੀ ਵਾਲੇ ਕੰਮ ਨੇ ਇਸ ਤੋਂ ਬਾਅਦ ਆ ਜਾਓ। ਥੋੜਾ ਖਾ ਲਓ, ਅੱਛਾ ਖਾ ਲਓ, ਤੇ ਕਿਸੇ ਕੋਲੋਂ ਮੰਗ ਕੇ ਜਨਾਬ ਪੈਸੇ ਤੁਸੀਂ ਬਾਹਰ ਜਾਂਦੇ ਹੋ ਜੀ ਅਸੀਂ ਉੱਥੋਂ ਭੇਜ ਦਿਆਂਗੇ, ਇਹ ਸਾਰੇ ਟੋਪੀ ਡਰਾਮੇ ਨੇ। ਇਹਨਾਂ ਤੋਂ ਬਾਅਦ ਆ ਜਾਓ। ਹੁਣ ਇਹ ਜਿਹੜੇ ਭਾਈ ਇੰਡੀਆ ਦੇ ਵਿੱਚੋਂ ਡਿਪੋਰਟ ਹੋ ਗਏ ਨੇ ਜੱਟ ਭਾਈ, ਇਹਨਾਂ ਦੇ ਕੋਲੋਂ ਪੁੱਛੋ ਕਿ ਇਹਨਾਂ ਦਾ ਹੁਣ ਕਿਸ ਤਰ੍ਹਾਂ ਗੁਜ਼ਾਰਾ ਚੱਲ ਰਿਹਾ। ਹੁਣ ਇਹਨਾਂ ਨੇ ਭੱਠਿਆਂ ਤੇ ਇੱਟਾਂ ਥੱਪੜੀਆਂ ਨੇ, ਮਜ਼ਦੂਰੀਆਂ ਕਰਨੀਆਂ ਨੇ ਮਿਸਤਰੀਆਂ ਦੇ ਪਿੱਛੇ ਜਨਾਬ। ਤੇ ਫਿਰ ਆ ਜਾ ਕੇ ਪਤਾ ਨਹੀਂ ਕਿਤਨੇ ਲੱਖ ਰੁਪਏ ਜਿਹੜਾ ਇਹਨਾਂ ਨੇ ਕਰਜ਼ਾ ਉਤਾਰਨਾ ਹੈ। ਤੇ ਅਗਲੇ ਮੁਲਕਾਂ ਦੇ ਵਿੱਚ ਹਾਲਾਤ ਨਹੀਂ ਹੈਗੇ ਕਿ ਜਨਾਬ ਤੁਹਾਨੂੰ ਸੈਟਲ ਕਰ ਲੈਣ। ਬਹੁਤ ਮੁਸ਼ਕਿਲ ਹੈ ਕਿ ਤੁਸੀਂ ਜਾ ਕੇ ਉੱਥੇ ਸੈਟਲ ਹੋ ਜਾਓਗੇ, ਬਹੁਤ ਮੁਸ਼ਕਿਲ ਹੈ। ਜਿਸ ਤਰ੍ਹਾਂ ਹੁਣ ਇੰਡੀਆ ਦੇ ਵਿੱਚ ਇਹਨਾਂ ਦੇ ਨਾਲ ਹੋਇਆ ਹੈ, ਹੁਣ ਰੰਗ ਦਿੱਤਾ ਗਿਆ ਜਨਾਬ। ਚੀਮਾ ਸਾਹਿਬ ਨੇ ਗਾਣਾ ਤਾਂ ਗਾ ਦਿੱਤਾ, ਲੇਕਿਨ ਟਰੰਪ ਸਾਹਿਬ ਨੇ ਕੁਛ ਨਾ ਕੁਛ ਜਨਾਬ ਕਰਨਾ ਸੀ। ਔਰ ਓਵਰਆਲ ਹੁਣ ਜਿਹੜਾ ਖਤਰੇ ਦੀ ਘੰਟੀ ਹੈ, ਓਵਰਆਲ ਜਿਹੜੇ ਮੁਲਕ ਹਨ ਜਿਸ ਤਰ੍ਹਾਂ ਪਾਕਿਸਤਾਨ ਹੋ ਗਿਆ, ਬੰਗਲਾਦੇਸ਼ ਹੋ ਗਿਆ, ਇਹਨਾਂ ਦੇ ਵੀ ਬੰਦੇ ਜਿਹੜੇ ਨੇ ਉਹਨਾਂ ਨੇ ਜਨਾਬ ਡਿਪੋਰਟ ਕਰਨੇ ਨੇ। ਉਹਨਾਂ ਨੇ ਸਟਾਰਟ ਕਰ ਦਿੱਤਾ ਹੈ। ਦੇਖੋ ਅੱਗੇ ਕੀ ਹੁੰਦਾ ਹੈ। ਸਾਡੇ ਇਸ ਵਲੌਗ ਨੂੰ ਸ਼ੇਅਰ ਕਰਾਏ ਤਾਂ ਕਿ ਕੋਈ ਭਾਈ ਜਿਹੜਾ ਨਾ ਇਹ ਸਾਡਾ ਵਲੌਗ ਦੇਖ ਕੇ ਇਸ ਤੋਂ ਬਾਅਦ ਆ ਜਾਏ। 2 ਨੰਬਰ ਕੰਮ ਤੋਂ ਲੀਗਲ ਤਰੀਕੇ ਨਾਲ ਜਾਓ, ਇਨਲੀਗਲ ਤਰੀਕੇ ਨਾਲ ਕਦੀ ਵੀ ਨਾ ਜਾਣਾ, ਕਿਧਰੇ ਵੀ ਨਾ ਜਾਣਾ। ਮੈਂ ਇਸੇ ਪੈਗਾਮ ਦੇ ਨਾਲ ਮੈਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।